ਇੱਕ ਦਿਨ ਕਥਾ ਦੀ ਸਮਾਪਤੀ ਤੋਂ ਬਾਅਦ ਆਪ ਜੀ ਨੇ ਪੁੱਛਿਆ, ਭਾਈ ਅਸਲੀ ਬਾਦਸ਼ਾਹ ਕੌਣ ਹੈ? ਸੰਤ ਤੇਜਾ ਸਿੰਘ ਜੀ ਨੇ ਆਖਿਆ, ਫਕੀਰ। ਸ੍ਰੀ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਵਿਵਹਾਰਿਕ ਦ੍ਰਿਸ਼ਟੀ ਨਾਲ ਪੁੱਛਿਆ ਹੈ। ਸਾਰੇ ਦੱਸਣ ਤੋਂ ਅਸਮਰਥ ਰਹੇ ਤਾਂ ਆਪ ਜੀ ਨੂੰ ਹੀ ਪ੍ਰਾਰਥਨਾ ਕੀਤੀ ਗਈ ਕਿ ਮਹਾਰਾਜ ਆਪ ਹੀ ਦੱਸੋ। ਸ੍ਰੀ ਸੰਤ ਜੀ ਮਹਾਰਾਜ ਨੇ ਫਰਮਾਇਆ, ਕਿਸਾਨ। ਵਾਸਤਵ ਵਿੱਚ ਇਹ ਸਮਰਾਟ ਹੈ। ਕਿਸਾਨ ਬਾਬਤ ਹੋਰ ਵੀ ਬਹੁਤ ਕੁਛ ਲਿਖਿਆ ਹੈ। ਇਹ ਲੇਖ ਦਲਵੀਰ ਗਰੁੱਪ ਅੰਦਰ ਪਾਇਆ ਸੀ। ਇਹਦੇ ਦੁਆਰਾ ਪਹਿਲਾਂ ਤਾਂ ਇਹ ਖਿਆਲ ਵਿੱਚ ਰੱਖੋ ਕਿ ਜਿਨ੍ਹਾਂ ਦੀ ਪਰਮਾਰਥਿਕ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ ਨਾ, ਜਿਹੜੇ ਪਰਮ ਅਰਥ ਨੂੰ ਦੇਖ ਲੈਂਦੇ ਹਨ, ਪਰਮਾਤਮਾ ਨੂੰ, ਉਹ ਫਿਰ ਪਰਮ ਦ੍ਰਿਸ਼ਟੀ ਦੁਆਰਾ ਦੇਖ ਕੇ ਹੀ ਬੋਲਦੇ ਹਨ। ਉਹ ਸ਼ੂਦਰ ਦ੍ਰਿਸ਼ਟੀ ਦੁਆਰਾ ਨਹੀਂ ਬੋਲਦੇ ਹਨ। खुदा मिला हो जिनको वो खुदा की बात करे। ਉਹਨਾਂ ਦੀ ਬਾਤ, ਉਹਨਾਂ ਦੀ ਗੱਲ ਖੁਦਾ ਤੋਂ ਸਿਵਾ ਕੁਛ ਵੀ ਨਹੀਂ ਹੋ ਸਕਦੀ। ਤੇ ਉਹ ਫਿਰ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਸਮਰਾਟ ਕਿਹਾ ਜਾਂਦਾ ਹੈ ਨਾ, ਲੋਕ ਸਮਝਦੇ ਹਨ। ਉਹਨਾਂ ਨੂੰ ਉਹ ਸਮਰਾਟ ਨਹੀਂ ਕਹਿੰਦੇ ਹਨ, ਹੈ ਵੀ ਨਹੀਂ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਸਮਰਾਟ ਹੈ ਉਹ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਜਿਹਦਾ ਮਨ ਉਸ ਪਰਮ ਨਾਲ ਵਿੰਨਿਆ ਗਿਆ ਹੋਵੇ। ਐਸੇ ਰਾਜੇ ਦੇ ਨਾਲ ਉਹਦੀ ਗੋਦੀ ਦੇ ਵਿੱਚ ਬੈਠੇ ਸੋਭਨੀਕ ਹੁੰਦੇ ਹਨ ਉਹ ਸਮਰਾਟ। ਵਾਸਤਵਿਕ ਦੇ ਵਿੱਚ ਜਿਹੜਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ, ਜਿਹੜਾ ਕਰੋੜਾਂ ਬ੍ਰਹਿਮੰਡਾਂ ਨੂੰ ਦੇ ਰਿਹਾ, ਹਰ ਵਕਤ ਪਾਲ ਰਿਹਾ, ਉਹਦੇ ਸਿੰਘਾਸਨ ਦਾ ਜਿਹੜਾ ਦਾਸ ਹੋ ਜਾਂਦਾ ਹੈ, ਜਿਹੜਾ ਉਹਦੇ ਸਿੰਘਾਸਨ ਦਾ ਦਾਸ ਹੋ ਜਾਂਦਾ ਹੈ ਨਾ, ਉਹਨੂੰ ਉਹ ਸਿੰਘਾਸਨ 'ਤੇ ਹੀ ਬਿਠਾ ਲੈਂਦਾ ਹੈ। ਜਿਹੜਾ ਉਹਦੇ ਨਾਲ ਪਿਆਰ ਕਰਦਾ ਹੈ ਨਾ, ਉਹ ਵੈਸਾ ਹੀ ਹੋ ਜਾਂਦਾ ਹੈ ਜੈਸਾ ਉਹ ਹੈ। ਉਹ ਹਨ ਸਮਰਾਟ। ਰੱਜਿਆ ਹੋਇਆ ਹੁੰਦਾ ਹੈ ਨਾ ਸਮਰਾਟ। ਰਾਜੇ ਦਾ ਅਰਥ ਵੀ ਸਮਰਾਟ ਹੀ। ਰੱਜਿਆ ਹੋਇਆ, ਜਿਹਨੂੰ ਹੁਣ ਕੁਛ ਵੀ ਨਹੀਂ ਚਾਹੀਦਾ, ਉਹਨੂੰ ਕਹੋਗੇ ਨਾ ਤੁਸੀਂ ਸਮਰਾਟ। ਤੇ ਕਿਸਾਨ ਤੇ ਮੰਗ ਰਿਹਾ ਹੈ। ਆਹ ਦੇਖੋ ਤੁਹਾਡੇ ਸਾਹਮਣੇ ਹੀ ਅਜੋਕੇ ਸਮੇਂ 'ਚ ਕਿਸਾਨ, ਜ਼ਿਮੀਂਦਾਰ,
ਸੜਕਾਂ 'ਤੇ ਬੈਠੇ ਹੋਏ ਹਨ ਅਤੇ ਕਿਹਦੇ ਕੋਲ ਮੰਗ ਰਹੇ ਹਨ? ਜਿਹੜੇ ਇਹਨਾਂ ਨਾਲੋਂ ਵੀ ਵੱਡੇ ਮੰਗਤੇ ਹਨ, ਰਾਜਨੀਤਿਕ ਲੋਕ, ਉਹ ਜ਼ਿਆਦਾ ਵੱਡੇ ਮੰਗਤੇ ਹਨ। ਪਹਿਲਾਂ ਉਹਨਾਂ ਨੇ ਘਰ ਘਰ ਜਾ ਕੇ ਤੁਹਾਡੇ ਕੋਲੋਂ ਵੋਟਾਂ ਮੰਗੀਆਂ ਹੀ ਨਾ, ਤੁਹਾਡੇ ਕੋਲੋਂ ਮੱਤ ਮੰਗੀ। ਹੁਣ ਤੁਸੀਂ ਉਹਨਾਂ ਨੂੰ ਮੱਤ ਦਿੱਤੀ, ਉਹਨਾਂ ਕੋਲ ਹੈ ਨਹੀਂ ਹੋਊਗੀ। ਤੇ ਉਹ ਸਿੰਘਾਸਨਾਂ 'ਤੇ ਬੈਠ ਗਏ। ਦੇਖੋ, ਮੰਗ ਮੰਗ ਕੇ ਸਿੰਘਾਸਨ ਉਹਨਾਂ ਨੇ ਲਿਆ ਹੈ। ਦਰ ਦਰ ਭੀਖ ਮੰਗ ਕੇ ਉਹਨਾਂ ਨੂੰ ਕੁਰਸੀਆਂ ਮਿਲਦੀਆਂ। ਤੋ ਤੇ ਵੱਡੇ ਭਿਖਾਰੀ ਹਨ ਨਾ। ਦੇਖੋ, ਸਾਰਿਆਂ ਕੋਲ ਮੰਗਦੇ। ਤੋ ਸਿੰਘਾਸਨਾਂ 'ਤੇ ਬੈਠ ਗਏ ਤੁਹਾਡੇ ਕੋਲੋਂ ਮੰਗ ਕੇ, ਸੰਸਾਰੀ ਲੋਕਾਂ ਕੋਲ। ਅਤੇ ਫਿਰ ਉਹ ਬਦਲਾ ਲੈਂਦੇ ਹਨ ਵੀ ਅਸੀਂ ਇੰਨੀਆਂ ਮਿੰਨਤਾਂ ਕਰਕੇ ਵੋਟਾਂ ਮੰਗੀਆਂ ਹਨ, ਹੱਥ ਜੋੜੇ ਹਨ, ਤਾਂ ਹੁਣ ਤੁਸੀਂ ਵੀ ਹੱਥ ਜੋੜੋ, ਮਿੰਨਤਾਂ ਕਰੋ, ਸਾਡੇ ਕੋਲੋਂ ਮੰਗੋ। ਸੰਸਾਰ 'ਚ ਬਦਲਾ ਹੀ ਲੈ ਰਹੇ ਹਨ ਸਭ ਇੱਕ ਦੂਸਰੇ ਕੋਲ। ਉਹ ਫਿਰ ਸਿਰ 'ਤੇ ਬੈਠ ਜਾਂਦੇ। ਅਤੇ ਉਹ ਵੀ ਰਾਜੇ ਨਹੀਂ ਹਨ ਜਿਨ੍ਹਾਂ ਨੂੰ ਲੋਕ ਕਹਿੰਦੇ ਵੀ ਹਨ ਨਾ ਵੀ ਇਹ ਦੇਸ਼ ਦਾ ਰਾਜਾ ਹੈ। ਨਹੀਂ, ਉਹ ਵੀ ਮੰਗ ਹੀ ਰਹੇ ਹਨ। ਸਭ ਮੰਗਤੇ ਹਨ ਇੱਥੇ, ਸਭ ਮੰਗ ਰਹੇ ਹਨ। ਕਿਸਾਨ ਵੀ ਤ੍ਰਿਪਤ ਥੋੜ੍ਹੀ ਹੈ। ਦੇਖੋ ਤੁਸੀਂ, ਜ਼ਿਮੀਂਦਾਰ ਜਿਨ੍ਹਾਂ ਨੂੰ ਕਹਿੰਦੇ ਹੋ, ਕੌਣ ਹੈ ਤ੍ਰਿਪਤ? ਕੌਣ ਹੈ ਸੰਤੁਸ਼ਟ? ਥੋੜ੍ਹਾ ਗੌਰ ਨਾਲ ਦੇਖੋ। ਤੁਹਾਨੂੰ ਆਪਣੇ ਆਪ ਵੀ ਥੋੜ੍ਹੀ ਜਿਹੀ ਸਮਝ ਹੋਣੀ ਚਾਹੀਦੀ, ਅਕਲ ਹੋਣੀ ਚਾਹੀਦੀ ਥੋੜ੍ਹੀ ਜਿਹੀ। ਤੁਸੀਂ ਇੰਨੇ ਚਿਰ ਦੇ ਸੁਣਦੇ ਹੋ, ਫਿਰ ਵੀ ਤੁਹਾਨੂੰ ਸਮਝ ਨਹੀਂ ਨਾ ਆਉਂਦੀ ਹੈ। ਕਿਉਂ ਨਹੀਂ ਆਉਂਦੀ ਹੈ? ਕਿਉਂਕਿ ਜਿਵੇਂ ਇਸ ਸੱਜਣ ਨੇ ਬਹੁਤ ਸਾਰੇ ਆਹ ਲੇਖ ਗੁਰੂ ਪੰਦਰ ਪਾਏ ਸਨ ਵੀ ਇਹ ਇਸ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਹੋਵੇਗਾ ਜਿਹੜੀ ਬਾਹਰ ਚੱਲ ਰਹੀ ਹੈ ਮੰਗਣ ਮੰਗਾਉਣ ਦੀ, ਜਿਨ੍ਹਾਂ ਨੂੰ ਇਹ ਸੰਘਰਸ਼ ਕਹਿ ਦਿੰਦੇ ਹਨ ਕਿਸਾਨਾਂ ਦਾ, ਉਹਦੇ ਨਾਲ ਜੁੜਿਆ ਹੋਵੇਗਾ। ਤੋ ਵਿਚਾਰਾਂ ਅੰਦਰ ਘੁੰਮ ਰਹੀਆਂ ਹਨ ਕਿਉਂਕਿ ਲੇਖ ਪੜ੍ਹ ਰਿਹਾ ਹੈ, ਖਬਰਾਂ ਸੁਣਦੇ ਹਨ ਕਈ ਲੋਕ, ਲੇਖ ਪੜ੍ਹਦੇ ਹਨ, ਅਖਬਾਰਾਂ ਪੜ੍ਹਦੇ, ਸੋਚੀ ਜਾਂਦੇ, ਵਿਚਾਰੀ ਜਾਂਦੇ ਕੀ ਹੋਊ, ਕੀ ਬਣੂ। ਘਰ ਬੈਠੇ ਲੋਕਾਂ ਨੂੰ ਚਿੰਤਾ ਹੈ ਕਈਆਂ ਨੂੰ, ਇਹੋ ਹੀ ਸੋਚੇ। ਫਿਰ ਇਹ ਸੋਚ ਵਿਚਾਰ ਅੰਦਰ ਘੁੰਮਦੀ ਰਹਿੰਦੀ। ਦੇਖੋ ਕਿੰਨੀ ਘੁੰਮ ਰਹੀ ਹੋਵੇਗੀ ਕਿ ਜਿਸ ਬੰਦੇ ਨੇ ਇਹਨਾਂ ਗਰੁੱਪਾਂ ਦੇ ਅੰਦਰ ਵੀ ਇਹ ਲੇਖ ਪਾ ਦਿੱਤੇ, ਵੀ ਬਹੁਤ ਜ਼ਿਆਦਾ ਚੱਲ ਰਹੀ ਹੋਊਗੀ ਨਾ। ਅਤੇ ਜੋ ਆਦਮੀ ਕੋ ਹੁੰਦਾ ਹੈ ਦੂਸਰੇ ਨੂੰ ਵੀ ਉਹੀ ਦਿੰਦਾ ਹੈ। ਅਤੇ ਜਿਨ੍ਹਾਂ ਦੇ ਅੰਦਰ ਜੋ ਹੈ, ਜੋ ਵਿਚਾਰਧਾਰਾ ਹੈ, ਉਹੋ ਹੀ ਵਿਚਾਰਧਾਰਾ ਦੂਸਰੇ ਨੂੰ ਦਿੰਦੇ ਹਨ। ਉਹਨਾਂ ਵਿਚਾਰਾਂ ਦੇ ਨਾਲ ਹੀ ਦੂਸਰਿਆਂ ਨੂੰ ਜੋੜ ਦਿੰਦੇ ਹਨ। ਇੱਦਾਂ ਹੀ ਹੋ ਰਿਹਾ ਹੈ ਨਾ। ਜਿਹੜਾ ਕੋਈ ਵੀ ਕਿਸੇ ਵੀ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਹੈ, ਸੰਘਰਸ਼ ਦੇ ਨਾਲ ਜੁੜਿਆ ਹੈ ਕਿਸੇ ਵੀ, ਤੁਹਾਨੂੰ ਉਹੋ ਹੀ ਪਸੰਦ ਹੈ, ਉਹ ਸੋਚ ਰਿਹਾ, ਵਿਚਾਰ ਰਿਹਾ, ਅਤੇ ਦੂਸਰਿਆਂ ਨੂੰ ਵੀ ਉਹੀ ਦੱਸਦਾ ਹੈ। ਜਿਵੇਂ ਮੈਂ ਪਿੱਛੇ ਕਿਹਾ ਸੀ ਨਾ, ਜ਼ਿਮੀਂਦਾਰ ਤਾਂ ਜ਼ਿਆਦਾ ਚੰਗੀ ਤਰ੍ਹਾਂ ਸਮਝਣਗੇ।
ਵੀ ਇੱਕ ਮੱਝ ਭੈਂਸ ਲਿਬੜੀ ਹੋਵੇ ਚਿੱਕੜ ਨਾਲ ਤੇ ਪੂਛਾਂ ਮਾਰ ਮਾਰ ਕੇ ਦੂਸਰੀਆਂ ਨੂੰ ਲਿਬੇੜ ਦਿੰਦੀ। ਉਹ ਹਾਲ ਹੈ ਸੰਸਾਰੀ ਲੋਕਾਂ ਦਾ, ਜਿਹੜੀ ਵਿਚਾਰਧਾਰਾ ਨਾਲ ਕੋਈ ਲਿਬੜਿਆ ਹੋਇਆ ਹੈ ਦੂਸਰਿਆਂ ਨੂੰ ਵੀ ਲਿਬੇੜਦਾ ਹੈ। ਇਸੇ ਕਾਰਨ ਕਿਹਾ ਹੈ ਨਾ ਵੀ ਸੰਗਤ ਧਿਆਨ ਨਾ ਕਰੋ, ਦੇਖ ਕੇ ਕਰੋ। ਸਮਝ ਕੇ ਕਰੋ ਕਿਹਦੀ ਕਰਨੀ ਹੈ ਸੰਗਤ। ਅਗਰ ਸੰਸਾਰ ਤੋਂ ਛੁਟਕਾਰਾ ਪਾਉਣਾ ਹੈ ਤੇ ਫਿਰ ਸੰਗਤ ਉਹਦੀ ਕਰੋ ਜਿਹੜਾ ਛੁੱਟਿਆ ਹੋਇਆ। ਜੇ ਮੁਕਤੀ ਚਾਹੁੰਦੇ ਹੋ ਤੇ ਫਿਰ ਵੈਸੇ ਹੀ ਤੁਸੀਂ ਸੰਗਤ ਕਰੋਗੇ ਨਾ। ਤੇ ਵਿਚਾਰਧਾਰਾ ਜਿਨ੍ਹਾਂ ਦੇ ਅੰਦਰ ਜ਼ਿਆਦਾ ਚੱਲ ਰਹੀਆਂ ਹਨ ਨਾ, ਉਹਨਾਂ ਨੂੰ ਜੋ ਇੱਧਰ ਕਿਹਾ ਜਾਂਦਾ ਹੈ ਨਾ ਉਹ ਸਮਝ ਵਿੱਚ ਨਹੀਂ ਆਉਂਦਾ, ਆ ਨਹੀਂ ਸਕਦਾ, ਸਗੋਂ ਜ਼ਿਆਦੀਆਂ ਉਲਝਣਾਂ 'ਚ ਪੈ ਜਾਂਦੇ। ਕਿਉਂਕਿ ਇੱਕ ਸੰਸਾਰਿਕ ਵਿਚਾਰਧਾਰਾ ਉੱਧਰ ਦੀਆਂ ਚੱਲ ਰਹੀਆਂ, ਇੱਧਰ ਦੀਆਂ ਵੀ ਸੁਣੀ ਜਾਂਦੇ ਹਨ, ਹੋਰ ਜ਼ਿਆਦਾ ਵਿਚਾਰ ਵੱਧ ਰਹੇ ਹਨ। ਇਸ ਕਰਕੇ ਮੈਂ ਕਹਿੰਦਾ ਹਾਂ ਤੁਸੀਂ ਇੱਕ ਪਾਸੇ ਹੀ ਲੱਗ ਜਾਓ। ਜੇ ਉੱਧਰ ਦੀ ਵਿਚਾਰਧਾਰਾ ਤੁਹਾਨੂੰ ਚੰਗੀ ਲੱਗਦੀ ਹੈ, ਜਿੱਧਰ ਦੀ ਵੀ ਚੰਗੀ ਲੱਗਦੀ, ਕੋਈ ਸਾਧੂ ਮਹਾਤਮਾ ਜਿਹਦਾ ਲੇਖ ਪਾਇਆ ਇਹ ਚੰਗੀ ਲੱਗਦੀ ਹੈ, ਉੱਧਰ ਨੂੰ ਜਾਓ। ਜੋ ਠੀਕ ਲੱਗਦਾ ਹੈ, ਜਿਹੜੀ ਵਿਚਾਰਧਾਰਾ ਨਾਲ ਤੁਸੀਂ ਜੁੜੇ ਹੋ ਉੱਧਰ ਨੂੰ ਜਾਓ। ਫਿਰ ਇਹ ਨਾ